ਪਿਆਰੇ ਵਿਦਿਆਰਥੀਓ, ਅੱਜ ਅਸੀਂ ਜਮਾਤ 10ਵੀਂ ਦਾ ਪਾਠ ਜਨਸੰਖਿਆ ਦਾ ਪਹਿਲਾ ਭਾਗ ਤੁਹਾਡੇ ਨਾਲ ਸਾਂਝਾ ਕਰਾਂਗੇ। ਮੈਂ ਸੁਖਬੀਰ ਸਿੰਘ ਐਸਐਸ ਮਾਸਟਰ ਤੁਹਾਡੀ ਸਭ ਦੀ ਇਸ ਪਾਠ ਨੂੰ ਸਮਝਣ ਵਿੱਚ ਮਦਦ ਕਰਾਂਗਾ। ਆਓ ਆਪਾਂ ਇਸ ਪਾਠ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਹਾਸਿਲ ਕਰਦੇ ਹਾਂ। ਜਨਸੰਖਿਆ ਬੌਧਿਕ ਅਤੇ ਸਰੀਰਕ ਤੌਰ ਤੇ ਮਜ਼ਬੂਤ ਨਾਗਰਿਕ ਹੀ ਕਿਸੇ ਦੇਸ਼ ਦਾ ਸਭ ਤੋਂ ਮਹੱਤਵਪੂਰਨ ਅਤੇ ਵੱਡਮੁੱਲਾ ਸਾਧਨ ਹੁੰਦਾ ਹੈ। ਇਸ ਧਰਤੀ ਉੱਪਰ ਸਿਰਫ ਅਸੀਂ ਹੀ ਨਹੀਂ, ਬਲਕਿ ਸਾਡੇ ਨਾਲ ਦੁਨੀਆ ਵਿੱਚ ਅਨੇਕ ਕੌਮਾਂ, ਮੁਲਕਾਂ, ਜਾਤਾਂ ਅਤੇ ਧਰਮ ਦੇ ਲੋਕ ਵੀ ਰਹਿੰਦੇ ਹਨ। ਇਸ ਸਮੇਂ ਧਰਤੀ ਦੀ ਕੁੱਲ ਆਬਾਦੀ 7 ਅਰਬ ਦੇ ਕਰੀਬ ਹੋ ਗਈ ਹੈ। ਭਾਰਤ ਦੇਸ਼ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਇਹ ਆਬਾਦੀ ਬਹੁਤ ਤੇਜ਼ ਗਤੀ ਨਾਲ ਵੱਧ ਰਹੀ ਹੈ। ਬੱਚੋ, ਜੇਕਰ ਅਸੀਂ ਜਨਸੰਖਿਆ ਦਾ ਵਾਧਾ ਵੰਡ ਦੇਖਦੇ ਹਾਂ ਤਾਂ ਇੱਕ ਅੰਦਾਜ਼ੇ ਦੇ ਅਨੁਸਾਰ ਅਕਬਰ ਦੀ ਮੌਤ ਸਮੇਂ 1605 ਈਸਵੀ ਵਿੱਚ ਭਾਰਤ ਦੀ ਜਨਸੰਖਿਆ 10 ਕਰੋੜ ਸੀ। ਇਹ ਜਨਸੰਖਿਆ 1750 ਈਸਵੀ ਵਿੱਚ ਵੱਧ ਕੇ 19 ਕਰੋੜ ਹੋ ਗਈ। ਫਿਰ 1850 ਦੇ ਵਿੱਚ 23.3 ਕਰੋੜ ਅਤੇ 1901 ਵਿੱਚ 23.8 ਕਰੋੜ ਆਬਾਦੀ ਭਾਰਤ ਦੇਸ਼ ਦੀ ਹੋ ਗਈ। ਬੱਚੋ, ਇਹ ਜਨਸੰਖਿਆ ਸਧਾਰਨ ਹਾਲਤਾਂ ਵਿੱਚ ਹੌਲੀ-ਹੌਲੀ ਵੱਧਦੀ ਰਹਿੰਦੀ ਹੈ, ਪਰੰਤੂ ਲੜਾਈਆਂ, ਮਹਾਮਾਰੀ ਅਤੇ ਸੋਕਾ ਪੈ ਜਾਣ ਨਾਲ ਬਹੁਤ ਤੇਜ਼ੀ ਨਾਲ ਘਟ ਵੀ ਜਾਂਦੀ ਹੈ। ਅਸੀਂ ਇਸ ਤਾਲਿਕਾ ਵੱਲ ਵੇਖਦੇ ਹਾਂ। 1901 ਦੇ ਵਿੱਚ ਭਾਰਤ ਦੀ ਆਬਾਦੀ 23.8 ਕਰੋੜ ਸੀ। 1911 ਵਿੱਚ 0.75% ਦੀ ਵਾਧਾ ਦਰ ਦੇ ਨਾਲ ਅਸੀਂ 25 ਕਰੋੜ ਨੂੰ ਟੱਪ ਗਏ। ਇਸੇ ਤਰੀਕੇ ਨਾਲ 1921 ਦੇ ਵਿੱਚ ਆ ਕੇ ਇਹ ਵਾਧਾ ਦਰ ਵਿੱਚ ਥੋੜੀ ਜਿਹੀ ਕਮੀ ਦੇਖਣ ਵਿੱਚ ਆਈ। 1921 ਤੋਂ ਲੈ ਕੇ 1951 ਦੇ ਸਾਲ ਤੋਂ ਬਾਅਦ ਵਸੋਂ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਕਰਕੇ ਸਾਲ 1921 ਤੋਂ 1951 ਨੂੰ ਜਨਸੰਖਿਅਕ ਵਿਭਾਜਕ ਦੇ ਸਾਲ ਮੰਨਿਆ ਗਿਆ ਹੈ। ਇਹਨਾਂ ਜਨਸੰਖਿਆ ਦਹਾਕਿਆਂ ਤੋਂ ਬਾਅਦ ਮੌਤ ਦਰ ਦਾ ਕਾਫੀ ਘਟਣਾ ਵੀ ਇੱਕ ਮੁੱਖ ਕਾਰਨ ਮੰਨਿਆ ਗਿਆ ਹੈ, ਜਿਸ ਕਾਰਨ ਆਬਾਦੀ ਤੇਜ਼ ਗਤੀ ਨਾਲ ਵਧੀ ਹੈ। ਸਿਹਤ ਸਹੂਲਤਾਂ ਵਿੱਚ ਵਾਧਾ ਹੋ ਜਾਣ ਦੇ ਕਾਰਨ ਮੌਤ ਦਰ ਦੇ ਵਿੱਚ ਕਾਫੀ ਕਮੀ ਆਈ ਹੈ। ਇਹ ਆਬਾਦੀ ਵੱਧਦੇ 2011 ਦੀ ਮਰਦਮਸ਼ੁਮਾਰੀ ਵਿੱਚ 121 ਕਰੋੜ ਸੀ, ਜੋ ਇੱਕ ਅੰਦਾਜ਼ੇ ਦੇ ਅਨੁਸਾਰ 2020 ਦੇ ਵਿੱਚ 138 ਕਰੋੜ ਦੇ ਕਰੀਬ ਹੋ ਚੁੱਕੀ ਹੈ। ਭਾਰਤ ਦੇਸ਼ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਦਾ ਸੰਸਾਰ ਵਿੱਚ ਚੀਨ ਤੋਂ ਬਾਅਦ ਦੂਸਰਾ ਨੰਬਰ ਬਣਦਾ ਹੈ। ਇਹ ਜਨਸੰਖਿਆ ਸੰਯੁਕਤ ਰਾਜ ਅਮਰੀਕਾ ਅਤੇ ਰੂਸ ਸੰਘ ਦੋਵਾਂ ਦੀ ਕੁੱਲ ਜਨਸੰਖਿਆ ਤੋਂ ਵੀ ਵੱਧ ਹੈ। ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੀ ਕੁੱਲ ਜਨਸੰਖਿਆ ਦੇ 7 ਗੁਣਾ ਤੋਂ ਵੀ ਵੱਧ ਜਨਸੰਖਿਆ ਭਾਰਤ ਵਿੱਚ ਵਸਦੀ ਹੈ। ਆਓ ਬੱਚੋ, ਅਸੀਂ ਵਿਸ਼ਾਲ ਜਨਸੰਖਿਆ ਦੇ ਨਤੀਜੇ ਵੇਖਦੇ ਹਾਂ। ਇਹ ਨਤੀਜੇ ਚੰਗੇ ਅਤੇ ਮਾੜੇ ਦੋਨੋਂ ਤਰ੍ਹਾਂ ਦੇ ਹੋ ਸਕਦੇ ਹਨ। ਬੱਚੋ,
ਲਾਭਕਾਰੀ ਨਤੀਜਿਆਂ ਵਿੱਚ ਵੱਧ ਜਨਸੰਖਿਆ ਦੇ ਕਾਰਨ ਦੁਨੀਆ ਵਿੱਚ ਰਾਜਨੀਤਿਕ ਧਾਕ ਬਣਦੀ ਹੈ। ਵੱਧ ਆਬਾਦੀ ਹੋਣ ਦੇ ਕਾਰਨ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਭਾਰਤ ਹੀ ਹੈ, ਜਿੱਥੇ ਵੋਟਾਂ ਰਾਹੀਂ ਸਰਕਾਰ ਬਣਾਈ ਜਾਂਦੀ ਹੈ। ਦੂਸਰਾ, ਵੱਡਾ ਬਾਜ਼ਾਰ ਦੇਸ਼ ਵਿੱਚ ਹੀ ਸਮਾਨ ਦੀ ਵਿਕਰੀ ਲਈ ਮਿਲ ਜਾਂਦਾ ਹੈ। ਤਿਆਰ ਸਮਾਨ ਨੂੰ ਬਾਹਰ ਵੇਚਣ ਵਾਸਤੇ ਨਹੀਂ ਭੇਜਣਾ ਪੈਂਦਾ। ਘੱਟ ਖਰਚੇ ਵਿੱਚ ਆਪਣੇ ਦੇਸ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਇਸੇ ਜਗ੍ਹਾ ਤੇ ਇਹ ਸਮਾਨ ਵਿਕ ਜਾਂਦਾ ਹੈ। ਤੀਸਰਾ ਕਾਰਨ, ਬੱਚੋ, ਵੱਡੀ ਗਿਣਤੀ ਵਿੱਚ ਕਾਮੇ ਦੇਸ਼ ਵਿੱਚ ਹੀ ਮਿਲ ਜਾਂਦੇ ਹਨ। ਉਦਯੋਗਾਂ ਨੂੰ ਚਲਾਉਣ ਵਾਸਤੇ ਲੇਬਰ ਦੀ ਲੋੜ ਪੈਂਦੀ ਹੈ ਅਤੇ ਇਹ ਮਾਨਵ ਸ਼ਕਤੀ ਜੋ ਕੰਮ ਕਰਨ ਲਈ ਤਿਆਰ ਹਨ, ਸਾਨੂੰ ਆਪਣੇ ਦੇਸ਼ ਵਿੱਚ ਹੀ ਮਿਲ ਜਾਂਦੇ ਹਨ, ਜਿਸ ਨਾਲ ਉਦਯੋਗ ਸਾਡੇ ਚੰਗੇ ਤਰੀਕੇ ਨਾਲ ਵਿਕਸਿਤ ਹੋ ਰਹੇ ਹਨ। ਇਸੇ ਤਰੀਕੇ ਨਾਲ ਬੱਚੋ, ਵੱਧ ਜਨਸੰਖਿਆ ਦੇ ਮਾੜੇ ਨਤੀਜੇ ਵੀ ਹਨ। ਮਾੜੇ ਨਤੀਜਿਆਂ ਵਿੱਚ ਵੱਧ ਜਨਸੰਖਿਆ ਦੇ ਕਾਰਨ ਵੱਧ ਦਬਾਅ ਪੈਂਦਾ ਹੈ, ਜਿਸ ਨਾਲ ਸਭ ਦੀਆਂ ਲੋੜਾਂ ਬਰਾਬਰ ਪੂਰੀਆਂ ਨਹੀਂ ਹੁੰਦੀਆਂ। ਵੱਧ ਦਬਾਅ ਤੋਂ ਭਾਵ ਸਾਧਨਾਂ ਦੀ ਵਰਤੋਂ ਤੋਂ ਹੈ। ਸਾਧਨ ਸੀਮਿਤ ਹੋਣ ਦੇ ਕਾਰਨ ਵੱਧ ਆਬਾਦੀ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਪਾਉਂਦੀਆਂ ਹਨ। ਬੱਚੋ, ਦੂਸਰਾ, ਵੱਧ ਆਬਾਦੀ ਦੇ ਕਾਰਨ ਪ੍ਰਤੀ ਵਿਅਕਤੀ ਆਮਦਨ ਵੀ ਘੱਟ ਹੁੰਦੀ ਹੈ, ਜਿਸ ਨਾਲ ਜੀਵਨ ਪੱਧਰ ਨੀਵਾਂ ਹੁੰਦਾ ਹੈ। ਤੀਸਰਾ, ਸਰਕਾਰ ਨੂੰ ਵੱਧ ਸਹੂਲਤਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ ਤਾਂ ਜੋ ਵੱਧ ਆਬਾਦੀ ਦੇ ਸਾਰੇ ਲੋਕਾਂ ਤੱਕ ਸਹੂਲਤਾਂ ਪਹੁੰਚ ਸਕਣ। ਸਾਰੇ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਵਾਸਤੇ ਉਹਨਾਂ ਸੀਮਿਤ ਸਾਧਨਾਂ ਦੀ ਵਰਤੋਂ ਬੜੇ ਸੰਯਮ ਨਾਲ ਕਰਨੀ ਪੈਂਦੀ ਹੈ। ਆਓ ਵਿਦਿਆਰਥੀਓ, ਆਪਾਂ ਭਾਰਤ ਦੇ ਜਨਸੰਖਿਆ ਦੇ ਸੂਬਾਈ ਵਖਰੇਵਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਸੂਬਾਈ ਵਖਰੇਵੇਂ ਭਾਵ ਭਾਰਤ ਦੇ ਰਾਜਾਂ ਦੀ ਜਨਸੰਖਿਆ ਦੇ ਬਾਰੇ ਗਿਆਨ ਹਾਸਲ ਕਰਾਂਗੇ। ਭਾਰਤ ਦੇ ਕੁੱਲ 28 ਰਾਜ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 2011 ਦੇ ਅੰਕੜਿਆਂ ਅਨੁਸਾਰ ਆਬਾਦੀ 121 ਕਰੋੜ ਤੋਂ ਵੱਧ ਸੀ, ਜੋ ਹੁਣ 2020 ਤੱਕ ਵੱਧ ਕੇ 138 ਕਰੋੜ ਦੇ ਕਰੀਬ ਹੋ ਚੁੱਕੀ ਹੈ, ਜੋ ਸੰਸਾਰ ਦੀ ਕੁੱਲ ਜਨਸੰਖਿਆ ਦਾ 17.7% ਬਣਦੀ ਹੈ। ਭਾਵ ਬੱਚੋ, ਅਸੀਂ ਕੁੱਲ ਸੰਸਾਰ ਦੀ ਆਬਾਦੀ ਦਾ 17% ਹਿੱਸਾ ਹਾਂ, ਜੋ ਭਾਰਤ ਵਿੱਚ ਵਸ ਰਹੇ ਹਾਂ। ਦੁਨੀਆ ਵਿੱਚ ਆਬਾਦੀ ਪੱਖੋਂ ਭਾਰਤ ਦਾ ਚੀਨ ਤੋਂ ਬਾਅਦ ਦੂਸਰਾ ਸਥਾਨ ਹੈ। ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਚੀਨ ਦੇਸ਼ ਦੀ ਹੈ ਅਤੇ ਉਸ ਤੋਂ ਬਾਅਦ ਭਾਰਤ ਦਾ ਸਥਾਨ ਆਉਂਦਾ ਹੈ। ਤੁਸੀਂ ਭਾਰਤ ਦੀ ਜਨਸੰਖਿਆ ਬਾਰੇ ਇੱਕ ਅੰਦਾਜ਼ਾ ਇਹਨਾਂ ਦੇਸ਼ਾਂ ਦੀ ਆਬਾਦੀ ਤੋਂ ਵੀ ਲਾ ਸਕਦੇ ਹੋ ਕਿ ਜੇਕਰ ਅਸੀਂ ਅਮਰੀਕਾ ਦੀ ਆਬਾਦੀ, ਉਸ ਦੇ ਨਾਲ ਇੰਡੋਨੇਸ਼ੀਆ ਦੀ ਆਬਾਦੀ, ਬ੍ਰਾਜ਼ੀਲ, ਪਾਕਿਸਤਾਨ, ਬੰਗਲਾਦੇਸ਼ ਅਤੇ ਜਾਪਾਨ ਦੀ ਆਬਾਦੀ ਨੂੰ ਆਪਸ ਵਿੱਚ ਜੋੜ ਲੈਂਦੇ ਹਾਂ, ਤਾਂ ਇਹਨਾਂ ਸਾਰੇ ਦੇਸ਼ਾਂ ਦੀ ਆਬਾਦੀ ਮਿਲ ਕੇ ਭਾਰਤ ਦੇਸ਼ ਦੀ ਆਬਾਦੀ ਦੇ ਬਰਾਬਰ ਹੋਵੇਗੀ। ਇੰਨੀ ਜ਼ਿਆਦਾ ਆਬਾਦੀ ਸਾਡੇ ਦੇਸ਼ ਵਿੱਚ ਇਸ ਸਮੇਂ ਹੈ, ਜੋ ਦੇਸ਼ ਦੇ ਸੀਮਿਤ ਸਾਧਨਾਂ ਦੇ ਉੱਪਰ
ਬਹੁਤ ਜ਼ਿਆਦਾ ਜ਼ੋਰ ਪਾ ਰਹੀ ਹੈ। ਇਸ ਦੇ ਨਾਲ ਸਭ ਲੋਕਾਂ ਦਾ ਜੀਵਨ ਪੱਧਰ ਬਰਾਬਰ ਇੱਕ ਸਮਾਨ ਉੱਚਾ ਨਹੀਂ ਉੱਠ ਸਕਦਾ। ਬੱਚੋ, ਇਸ ਥੱਲੇ ਪਿਕਚਰ ਦੇ ਵਿੱਚ ਵੇਖੋ, 2010 ਦੇ ਵਿੱਚ ਲਾਲ ਗੋਲੇ ਲੱਗੇ ਹੋਏ ਆਬਾਦੀ ਹੈ। 30 ਤੱਕ ਵੱਡੇ ਗੋਲਿਆਂ ਦੇ ਨਾਲ ਉਹ ਵੱਧ ਜਾਵੇਗੀ। ਜੇਕਰ ਅਸੀਂ ਇਸ ਤੇ ਕੋਈ ਕਾਬੂ ਨਹੀਂ ਕੀਤਾ ਤੇ ਆਬਾਦੀ ਲਗਾਤਾਰ ਇਵੇਂ ਹੀ ਵੱਧਦੀ ਰਹੇਗੀ। ਤੇ ਜੇਕਰ ਅਸੀਂ ਕਿਸੇ ਪ੍ਰਣ ਨਾਲ ਇਸ ਆਬਾਦੀ ਨੂੰ ਕਾਬੂ ਕਰਨ ਵਿੱਚ ਸਫਲ ਹੁੰਦੇ ਹਾਂ ਤੇ 2030 ਤੱਕ ਦੇ ਗੋਲੇ ਤੁਸੀਂ ਨੀਲੇ ਰੰਗ ਦੇ ਵੀ ਵੇਖ ਸਕਦੇ ਹੋ, ਜੋ ਲਾਲ ਨਾਲੋਂ ਛੋਟੇ ਹਨ। ਬੱਚੋ, ਜੇਕਰ ਅਸੀਂ ਰਾਜਾਂ ਦੀ ਗੱਲ ਕਰਦੇ ਹਾਂ, ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਸਭ ਤੋਂ ਵੱਧ 20 ਕਰੋੜ ਦੇ ਕਰੀਬ ਲੋਕ ਰਹਿੰਦੇ ਹਨ ਅਤੇ ਇਸੇ ਤਰ੍ਹਾਂ ਸਭ ਤੋਂ ਘੱਟ ਆਬਾਦੀ ਸਿੱਕਮ ਦੇ ਵਿੱਚ 6 ਲੱਖ ਦੇ ਕਰੀਬ ਹੈ। ਬੱਚੋ, ਸਿੱਕਮ ਇੱਕ ਛੋਟਾ ਰਾਜ ਹੈ। ਸਭ ਤੋਂ ਘੱਟ ਆਬਾਦੀ ਇਸੇ ਰਾਜ ਵਿੱਚ ਮਿਲਦੀ ਹੈ ਜੋ 6 ਲੱਖ ਦੇ ਕਰੀਬ ਬਣਦੀ ਹੈ। ਤੁਸੀਂ ਇਸ ਤਾਲਿਕਾ ਨਾਲ ਵੀ ਦੇਸ਼ ਦੀ ਆਬਾਦੀ ਦਾ ਇੱਕ ਅੰਦਾਜ਼ਾ ਲਗਾ ਸਕਦੇ ਹੋ। ਬੱਚੋ, 2016 ਦੇ ਵਿੱਚ ਭਾਰਤ ਦੀ ਆਬਾਦੀ 132 ਕਰੋੜ ਦੇ ਕਰੀਬ ਹੋ ਗਈ ਸੀ, ਜੋ ਹੁਣ 2020 ਤੱਕ ਵੱਧ ਕੇ 138 ਕਰੋੜ ਦੇ ਕਰੀਬ ਤੱਕ ਹੋ ਜਾਵੇਗੀ। ਇਹ ਵਾਧਾ ਦਰ 0.99% ਸਾਲਾਨਾ ਦੀ ਦਰ ਨਾਲ ਵਧਿਆ ਹੈ। ਜੇਕਰ ਅਸੀਂ ਘਣਤਾ ਦੀ ਗੱਲ ਕਰਦੇ ਹਾਂ ਤੇ 464 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਵਿੱਚ ਵਸ ਰਹੇ ਹੋਣਗੇ। ਸ਼ਹਿਰੀ ਆਬਾਦੀ ਵਿੱਚ ਵੀ ਬਹੁਤ ਜ਼ਿਆਦਾ ਵਖਰੇਵਾਂ ਦੇਖਣ ਵਿੱਚ ਆਇਆ ਹੈ। 2016 ਦੇ ਵਿੱਚ ਇਹ 33% ਆਬਾਦੀ ਸਾਡੀ ਸ਼ਹਿਰੀ ਸੀ, ਜੋ 2020 ਤੱਕ ਵੱਧ ਕੇ 35% ਹੋ ਗਈ ਹੈ। ਬੱਚੋ, ਇਸੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਦੁਨੀਆ ਦੀ ਆਬਾਦੀ ਵਿੱਚ ਵੀ ਕਿੰਨੇ ਪ੍ਰਤੀਸ਼ਤ ਦਾ ਵਾਧਾ ਕਰ ਰਹੇ ਹਾਂ। 2016 ਵਿੱਚ ਅਸੀਂ 17.7% ਆਬਾਦੀ ਸਾਡੀ ਭਾਰਤ ਦੀ ਦੁਨੀਆ ਦੀ ਆਬਾਦੀ ਵਿੱਚ ਸੀ, ਜੋ 2020 ਵਿੱਚ 17.70% ਸੰਸਾਰ ਦੀ ਕੁੱਲ ਆਬਾਦੀ ਦਾ ਬਣਦਾ ਹੈ। ਸੰਸਾਰ ਦੀ ਆਬਾਦੀ ਇਸ ਸਮੇਂ 7 ਅਰਬ ਤੋਂ ਵੀ ਉੱਪਰ ਜਾ ਚੁੱਕੀ ਹੈ। ਤੁਸੀਂ ਬੱਚੋ, ਇਸ ਤਾਲਿਕਾ ਨਾਲ ਵੀ ਸਾਲ ਦਰ ਸਾਲ ਜਨਸੰਖਿਆ ਵਿੱਚ ਹੋਏ ਬਦਲਾਵ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। 2011 ਦੇ ਆંકੜਿਆਂ ਅਨੁਸਾਰ ਭਾਰਤ ਵਿੱਚ 5 ਕਰੋੜ ਤੋਂ ਵੱਧ ਜਨਸੰਖਿਆ ਵਾਲੇ 10 ਰਾਜ ਆਪਾਂ ਦੇਖਦੇ ਹਾਂ। ਬੱਚੋ, ਇਹਨਾਂ 10 ਰਾਜਾਂ ਵਿੱਚ ਸਭ ਤੋਂ ਵੱਧ ਆਬਾਦੀ ਉੱਤਰ ਪ੍ਰਦੇਸ਼, ਉਸ ਤੋਂ ਬਾਅਦ ਮਹਾਰਾਸ਼ਟਰ, ਤੀਸਰੇ ਨੰਬਰ ਤੇ ਬਿਹਾਰ ਦੀ ਆਬਾਦੀ, ਫਿਰ ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤਮਿਲਨਾਡੂ, ਰਾਜਸਥਾਨ, ਕਰਨਾਟਕ ਅਤੇ 10ਵਾਂ ਰਾਜ ਗੁਜਰਾਤ। ਬੱਚੋ, ਇਹ ਉਹ 10 ਰਾਜ ਹਨ ਜਿਨ੍ਹਾਂ ਦੀ ਆਬਾਦੀ 5 ਕਰੋੜ ਤੋਂ ਵੀ ਵੱਧ ਹੈ। ਆਪਾਂ ਇਹਨਾਂ ਦੇ ਨਾਮ ਯਾਦ ਰੱਖਣੇ ਹਨ। ਬੱਚੋ, ਰਾਸ਼ਟਰੀ ਰਾਜਧਾਨੀ ਦਿੱਲੀ ਦੀ ਆਬਾਦੀ ਵੀ 1 ਕਰੋੜ ਤੋਂ ਵੱਧ ਸੀ। ਇਹ ਆંકੜੇ 2011 ਦੀ ਮਰਦਮਸ਼ੁਮਾਰੀ ਦੇ ਹਨ। ਵਸੋਂ ਦੇ ਆਧਾਰ ਤੇ ਪੰਜਾਬ ਸਾਰੇ ਰਾਜਾਂ ਵਿੱਚੋਂ 16ਵੇਂ ਨੰਬਰ ਤੇ ਹੈ ਅਤੇ ਦੇਸ਼ ਦੀ ਲਗਭਗ 2.5% ਜਨਸੰਖਿਆ ਪੰਜਾਬ ਵਿੱਚ ਹੀ ਮਿਲਦੀ ਹੈ। ਅਨੁਮਾਨ ਅਨੁਸਾਰ ਇਸ ਸਮੇਂ 2020 ਵਿੱਚ ਪੰਜਾਬ ਦੀ ਕੁੱਲ ਆਬਾਦੀ 3.05 ਕਰੋੜ ਹੈ, ਜੋ 2011 ਦੀ ਜਨਗਣਨਾ ਅਨੁਸਾਰ
2.7 ਕਰੋੜ ਸੀ। ਅਸੀਂ 10 ਸਾਲਾਂ ਦੇ ਵਿੱਚ 2.7 ਕਰੋੜ ਤੋਂ ਵੱਧ ਕੇ 3.05 ਕਰੋੜ ਦੇ ਕਰੀਬ ਹੋ ਗਏ ਹਾਂ। 2011 ਵਿੱਚ ਇਹ ਆਬਾਦੀ ਮਲੇਸ਼ੀਆ ਦੇਸ਼ ਦੀ ਆਬਾਦੀ ਦੇ ਬਰਾਬਰ ਸੀ। ਬੱਚੋ, ਜਨਸੰਖਿਆ ਦੀ ਵੰਡ ਦੀ ਜੇਕਰ ਗੱਲ ਕਰਦੇ ਹਾਂ, ਜਨਸੰਖਿਆ ਦੀ ਵੰਡ ਤੋਂ ਭਾਵ ਦੇਸ਼ ਦੇ ਕਿਸੇ ਹਿੱਸੇ ਵਿੱਚ ਜਨਸੰਖਿਆ ਦਾ ਖੇਤਰੀ ਰੂਪ ਕਿਸ ਤਰ੍ਹਾਂ ਦਾ ਹੈ। ਜਨਸੰਖਿਆ ਇਕੱਠੀ ਇੱਕ ਜਗ੍ਹਾ ਤੇ ਰਹਿੰਦੀ ਹੈ ਜਾਂ ਦੂਰ ਦੂਰ ਰਹਿੰਦੀ ਹੈ। ਇਸ ਨਾਲ ਅਸੀਂ ਦੇਸ਼ ਵਿੱਚ ਵਸ ਰਹੀ ਆਬਾਦੀ ਦਾ ਅੰਦਾਜ਼ਾ ਲਗਾਉਂਦੇ ਹਾਂ, ਕਿਹੜੇ ਖੇਤਰਾਂ ਦੇ ਵਿੱਚ ਵੱਧ ਆਬਾਦੀ ਹੈ ਅਤੇ ਕਿਹੜੇ ਖੇਤਰਾਂ ਦੇ ਵਿੱਚ ਆਬਾਦੀ ਵਿਰਲੀ ਮਿਲਦੀ ਹੈ। ਭਾਰਤ ਵਿੱਚ ਜਨਸੰਖਿਆ ਵੰਡ ਦੀਆਂ ਕੁਝ ਮਹੱਤਵਪੂਰਨ ਗੱਲਾਂ ਹੇਠ ਲਿਖੀਆਂ ਹਨ। ਜਨਸੰਖਿਆ ਦੀ ਵੰਡ ਬਹੁਤ ਹੀ ਆਸਮਾਨ ਹੈ। ਨਦੀਆਂ ਦੀਆਂ ਘਾਟੀਆਂ ਅਤੇ ਸਮੁੰਦਰ ਦੇ ਤਟਾਂ ਦੇ ਮੈਦਾਨਾਂ ਵਿੱਚ ਜਨਸੰਖਿਆ ਬਹੁਤ ਸੰਘਣੀ ਹੈ। ਉੱਥੇ ਹੀ ਪਰਬਤਾਂ, ਮਾਰੂਥਲੀ ਅਤੇ ਸੋਕੇ ਵਾਲੇ ਇਲਾਕਿਆਂ ਵਿੱਚ ਬਹੁਤ ਹੀ ਘੱਟ ਜਨਸੰਖਿਆ ਮਿਲਦੀ ਹੈ। ਦੇਸ਼ ਦੇ ਉੱਤਰੀ ਪਹਾੜੀ ਭਾਗਾਂ ਵਿੱਚ 16% ਖੇਤਰ ਤੇ ਕੇਵਲ 3% ਭਾਰਤ ਦੀ ਆਬਾਦੀ ਰਹਿੰਦੀ ਹੈ, ਜਦਕਿ ਉੱਤਰੀ ਮੈਦਾਨਾਂ ਦੇ 18% ਖੇਤਰਾਂ ਵਿੱਚ 40% ਆਬਾਦੀ ਰਹਿੰਦੀ ਹੈ। ਬੱਚੋ, ਇਸੇ ਤਰ੍ਹਾਂ ਰਾਜਸਥਾਨ ਵਿੱਚ ਦੇਸ਼ ਦੇ 9% ਖੇਤਰ ਤੇ ਕੇਵਲ 6% ਆਬਾਦੀ ਹੀ ਨਿਵਾਸ ਕਰਦੀ ਹੈ। ਭਾਵ ਜਿੱਥੇ ਧਰਾਤਲ ਰਹਿਣ ਯੋਗ ਹੈ, ਮਨੁੱਖ ਨੂੰ ਆਪਣੇ ਰਹਿਣ ਵਾਸਤੇ ਸੁੱਖ ਸੁਵਿਧਾਵਾਂ ਸਹੂਲਤਾਂ ਆਸਾਨੀ ਨਾਲ ਮਿਲਦੀਆਂ ਹਨ, ਉਹਨਾਂ ਖੇਤਰਾਂ ਦੇ ਵਿੱਚ ਆਬਾਦੀ ਜ਼ਿਆਦਾ ਮਿਲਦੀ ਹੈ। ਪਹਾੜੀ ਖੇਤਰਾਂ ਦੇ ਵਿੱਚ ਜੀਵਨ ਕਠੋਰ ਹੈ, ਜੀਵਨ ਯਾਪਨ ਲਈ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਰੇਗਿਸਤਾਨੀ ਇਲਾਕੇ ਵੀ ਰਹਿਣ ਯੋਗ ਨਾ ਹੋਣ ਦੇ ਕਾਰਨ ਉੱਥੇ ਵੀ ਆਬਾਦੀ ਘੱਟ ਮਿਲਦੀ ਹੈ। ਬੱਚੋ, ਦੇਸ਼ ਦੀ ਕੁੱਲ ਆਬਾਦੀ ਦਾ 3/4 ਆਬਾਦੀ ਪਿੰਡਾਂ ਵਿੱਚ ਅਤੇ 1/4 ਆਬਾਦੀ ਸ਼ਹਿਰਾਂ ਵਿੱਚ ਵਸਦੀ ਹੈ। ਤਟਵਰਤੀ ਮੈਦਾਨਾਂ ਅਤੇ ਨਦੀ ਘਾਟੀਆਂ ਵਿੱਚ ਜਨਸੰਖਿਆ ਬਹੁਤ ਵੱਧ ਮਿਲਦੀ ਹੈ। ਇਸ ਦੇ ਉਲਟ ਪਹਾੜੀ, ਪਠਾਰੀ ਅਤੇ ਰੇਗਿਸਤਾਨੀ ਭਾਗਾਂ ਦੇ ਵਿੱਚ ਜਨਸੰਖਿਆ ਵਿਰਲੀ ਮਿਲਦੀ ਹੈ। ਤਟਵਰਤੀ ਮੈਦਾਨ ਅਤੇ ਨਦੀ ਘਾਟੀਆਂ ਉਪਜਾਊ ਹੁੰਦੇ ਹਨ, ਜਿਸ ਕਾਰਨ ਉੱਥੇ ਰਹਿਣ ਸਹਿਣ ਅਤੇ ਆਪਣੇ ਜੀਵਨ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਸਮਰੱਥਾ ਵੱਧ ਹੁੰਦੀ ਹੈ। ਇਸੇ ਕਾਰਨ ਇਹਨਾਂ ਖੇਤਰਾਂ ਵਿੱਚ ਵੱਧ ਆਬਾਦੀ ਦੇਖਣ ਵਿੱਚ ਮਿਲਦੀ ਹੈ। ਬੱਚੋ, ਜੇਕਰ ਅਸੀਂ ਜਨਸੰਖਿਆ ਦੀ ਘਣਤਾ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਨਸੰਖਿਆ ਦੀ ਘਣਤਾ ਅਸੀਂ ਕਿਸ ਨੂੰ ਕਹਿੰਦੇ ਹਾਂ। ਜਨਸੰਖਿਆ ਦੀ ਘਣਤਾ ਵਿੱਚ ਕਿਸੇ ਇੱਕ ਵਰਗ ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਰਹਿੰਦੇ ਹਨ, ਉਹਨਾਂ ਦੀ ਗਿਣਤੀ ਨੂੰ ਅਸੀਂ ਜਨਸੰਖਿਆ ਦੀ ਘਣਤਾ ਕਹਿੰਦੇ ਹਾਂ। ਜਨਸੰਖਿਆ ਦੀ ਘਣਤਾ ਵਿੱਚ ਮਨੁੱਖ ਅਤੇ ਖੇਤਰ ਵਿਚਲੇ ਅਨੁਪਾਤ ਤੇ ਧਿਆਨ ਦਿੱਤਾ ਜਾਂਦਾ ਹੈ, ਜਿਸ ਦਾ ਸੰਬੰਧ ਜਨਸੰਖਿਆ ਦੇ ਆਕਾਰ ਤੇ ਖੇਤਰ ਤੋਂ ਹੁੰਦਾ ਹੈ। ਭਾਰਤ ਦੀ 121 ਕਰੋੜ ਜਨਸੰਖਿਆ ਦੇਸ਼ ਦੇ 32.8 ਲੱਖ ਵਰਗ ਕਿਲੋਮੀਟਰ ਦੇ ਖੇਤਰ ਵਿੱਚ ਵਸਦੀ ਹੈ। ਇਸ ਹਿਸਾਬ ਨਾਲ ਜਨਸੰਖਿਆ ਦੀ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਬਣਦੀ ਹੈ। ਬੱਚੋ, ਤੁਸੀਂ ਨਾਲ ਚੱਲ ਰਹੀ ਤਸਵੀਰ ਨੂੰ ਵੀ ਦੇਖ ਸਕਦੇ ਹੋ। ਭਾਰਤ ਦੀ ਆਬਾਦੀ ਦੀ ਤੁਲਨਾ ਗੀਜ਼ਾ ਦੇ ਨਾਲ ਕੀਤੀ ਗਈ ਹੈ। ਧਿਆਨ ਨਾਲ ਦੇਖੋ ਕਿਸ ਤਰੀਕੇ ਨਾਲ ਭਾਰਤ ਦੀ ਆਬਾਦੀ ਦਾ ਪਿਰਾਮਿਡ ਤਬਦੀਲ ਹੋ ਰਿਹਾ ਹੈ, ਜੋ ਇੱਕ ਪਿਰਾਮਿਡ ਤੋਂ ਗੋਲ ਗੁੰਬਦ ਦੇ ਰੂਪ ਵਿੱਚ ਵੱਧਦਾ ਜਾ ਰਿਹਾ ਹੈ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਭਾਰਤ ਦੀ ਆਬਾਦੀ ਨਿਰੰਤਰ ਕਿਵੇਂ ਵੱਧਦੀ ਜਾ ਰਹੀ ਹੈ। ਬੱਚੋ,
ਜਨਸੰਖਿਆ ਦੀ ਘਣਤਾ ਦੀ ਗੱਲ ਜੇ ਭਾਰਤ ਦੇਸ਼ ਦੇ ਸੰਬੰਧ ਵਿੱਚ ਕਰਦੇ ਹਾਂ, ਭਾਰਤ ਵਿੱਚ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਜਨਸੰਖਿਆ ਦੀ ਘਣਤਾ ਹੈ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸਭ ਤੋਂ ਘੱਟ ਘਣਤਾ ਮਿਲਦੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਵਿੱਚ 9,340 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਵਿੱਚ ਅਤੇ ਅੰਡੇਮਾਨ ਨਿਕੋਬਾਰ ਵਿੱਚ 46 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੇ ਵਿੱਚ ਵਸਦੇ ਹਨ। ਪੰਜਾਬ ਦੀ ਜਨਸੰਖਿਆ ਦੀ ਘਣਤਾ 550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਦੇਸ਼ ਵਿੱਚ ਜ਼ਿਆਦਾ ਜਨਸੰਖਿਆ ਦੀ ਘਣਤਾ ਵਾਲੇ ਖੇਤਰਾਂ ਦਾ ਵਿਸਥਾਰ ਉੱਤਰ ਪੱਛਮ ਵਿੱਚ ਪੰਜਾਬ ਤੋਂ ਲੈ ਕੇ ਪੂਰਬ ਵਿੱਚ ਪੱਛਮੀ ਬੰਗਾਲ ਦੇ ਗੰਗਾ ਦੇ ਡੈਲਟਾਈ ਖੇਤਰਾਂ ਤੱਕ ਹੈ। ਤੁਸੀਂ ਇਸ ਨਕਸ਼ੇ ਵਿੱਚ ਵੇਖ ਸਕਦੇ ਹੋ, ਜਲੋੜ ਦੀ ਮਿੱਟੀ ਦੇ ਮੈਦਾਨ ਦੇ ਖੇਤਰ ਜੋ ਉਪਜਾਊ ਹਨ, ਉਹਨਾਂ ਖੇਤਰਾਂ ਵਿੱਚ ਜਨਸੰਖਿਆ ਦੀ ਘਣਤਾ ਬਹੁਤ ਜ਼ਿਆਦਾ ਦੇਖਣ ਵਿੱਚ ਮਿਲਦੀ ਹੈ। ਦੇਸ਼ ਦੇ ਪੂਰਬੀ ਅਤੇ ਪੱਛਮੀ ਤਟਵਰਤੀ ਖੇਤਰਾਂ ਵਿੱਚ ਵੀ ਜਨਸੰਖਿਆ ਘਣਤਾ ਬਹੁਤ ਜ਼ਿਆਦਾ ਮਿਲਦੀ ਹੈ। ਸਮੁੰਦਰ ਦੇ ਨਾਲ ਲੱਗਦੇ ਤੱਟ ਵਾਲੇ ਖੇਤਰਾਂ ਦੇ ਵਿੱਚ ਵੀ ਉਪਜਾਊ ਮਿੱਟੀ ਹੋਣ ਦੇ ਕਾਰਨ ਆਬਾਦੀ ਦੀ ਘਣਤਾ ਜ਼ਿਆਦਾ ਹੈ। ਇਨ੍ਹਾਂ ਉਪਰੋਕਤ ਖੇਤਰਾਂ ਵਿੱਚ 400 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਵੀ ਜ਼ਿਆਦਾ ਘਣਤਾ ਮਿਲਦੀ ਹੈ। ਇਸੇ ਤਰ੍ਹਾਂ ਘੱਟ ਜਨਸੰਖਿਆ ਵਾਲੇ ਖੇਤਰਾਂ ਵਿੱਚ ਉੱਤਰ ਵਿੱਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੂਰਬ ਵਿੱਚ ਅਰੁਣਾਚਲ ਪ੍ਰਦੇਸ਼, ਸਿੱਕਿਮ, ਨਾਗਾਲੈਂਡ ਆਦਿ ਪੂਰਬੀ ਰਾਜ, ਪੱਛਮ ਵਿੱਚ ਰਾਜਸਥਾਨ ਦੇ ਮਾਰੂਥਲੀ ਭਾਗ, ਮੱਧ ਭਾਰਤ ਅਤੇ ਅੰਦਰੂਨੀ ਪ੍ਰਾਇਦੀ ਪਠਾਰ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਪੂਰਬੀ ਮਹਾਰਾਸ਼ਟਰ ਆਦਿ ਵਿੱਚ ਘੱਟ ਜਨਸੰਖਿਆ ਘਣਤਾ ਵਾਲੇ ਖੇਤਰ ਸਥਿਤ ਹਨ। ਇਨ੍ਹਾਂ ਖੇਤਰਾਂ ਦੇ ਵਿੱਚ 200 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਘੱਟ ਦੀ ਘਣਤਾ ਦੇਖਣ ਵਿੱਚ ਮਿਲਦੀ ਹੈ। ਬੱਚੋ, ਇਸੇ ਤਰ੍ਹਾਂ ਭਾਰਤ ਵਿੱਚ ਜਨਸੰਖਿਆ ਦੀ ਵੰਡ ਅਤੇ ਘਣਤਾ ਵਿੱਚ ਭਾਰੀ ਅਸਮਾਨਤਾਵਾਂ ਮਿਲਦੀਆਂ ਹਨ। ਦੇਸ਼ ਦੇ ਚਾਵਲ ਉਤਪਾਦਕ ਖੇਤਰਾਂ ਵਿੱਚ ਵੱਧ ਵਸੋਂ ਘਣਤਾ ਵਾਲੇ ਖੇਤਰ ਹਨ। ਵਸੋਂ ਘਣਤਾ ਵਿੱਚ ਦੂਸਰਾ ਸਥਾਨ ਕਣਕ ਉਤਪਾਦਿਤ ਖੇਤਰਾਂ ਦਾ ਆਉਂਦਾ ਹੈ। ਪਿਛਲੇ ਕੁਝ ਸਮੇਂ ਤੋਂ ਇਹਨਾਂ ਦੋਨਾਂ ਖੇਤਰਾਂ ਭਾਵ ਚਾਵਲ ਉਤਪਾਦਕ ਖੇਤਰ ਅਤੇ ਕਣਕ ਉਤਪਾਦਕ ਖੇਤਰਾਂ ਵਿੱਚ ਵਸੋਂ ਦੀ ਘਣਤਾ ਦਾ ਅੰਤਰ ਹੌਲੀ-ਹੌਲੀ ਘਟ ਰਿਹਾ ਹੈ, ਜੋ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਲੋਕਾਂ ਦੇ ਜਾਣ ਦੇ ਕਾਰਨ ਇਸ ਅੰਤਰ ਵਿੱਚ ਤਬਦੀਲੀ ਆ ਰਹੀ ਹੈ। ਵਸੋਂ ਘਣਤਾ ਪੱਖੋਂ ਤੀਸਰਾ ਸਥਾਨ ਬਾਜਰਾ ਅਤੇ ਜਵਾਰ ਉਤਪਾਦਿਤ ਖੇਤਰਾਂ ਦਾ ਹੈ, ਜਿੱਥੇ ਵਸੋਂ ਘਣਤਾ ਘੱਟ ਮਿਲਦੀ ਹੈ। ਇਸ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ ਜਨਸੰਖਿਆ ਦੀ ਵੰਡ ਅਤੇ ਉਸ ਦੀ ਘਣਤਾ ਦੇ ਵਿੱਚ ਅਸਮਾਨਤਾ ਦੇਖਣ ਵਿੱਚ ਆਉਂਦੀ ਹੈ। ਆਓ ਬੱਚੋ, ਕੀਤੇ ਹੋਏ ਕੰਮ ਦੀ ਕੁਝ ਦੁਹਰਾਈ ਕਰਦੇ ਹਾਂ। ਭਾਰਤ ਦਾ ਜਨਸੰਖਿਆ ਦੀ ਨਜ਼ਰ ਤੋਂ ਸੰਸਾਰ ਵਿੱਚ ਕੀ ਸਥਾਨ ਹੈ? ਪਹਿਲਾ, ਦੂਸਰਾ, ਤੀਸਰਾ, ਚੌਥਾ। ਸਹੀ ਉੱਤਰ ਬੱਚੋ ਇਸ ਦਾ ਦੂਸਰਾ ਸਥਾਨ ਹੈ। ਜਨਸੰਖਿਆ ਦੀ ਨਜ਼ਰ ਤੋਂ ਪਹਿਲਾ ਸਥਾਨ ਚੀਨ ਦਾ ਹੈ। ਚੀਨ ਤੋਂ ਬਾਅਦ ਦੂਸਰਾ ਸਥਾਨ ਭਾਰਤ ਦਾ ਆਉਂਦਾ ਹੈ। ਭਾਰਤ ਦੇ ਕਿੰਨੇ ਰਾਜਾਂ ਦੀ ਸੰਖਿਆ 5 ਕਰੋੜ ਤੋਂ ਵੱਧ ਹੈ? ਆਓ ਆਪਸ਼ਨਸ ਦੇਖੋ। 7 ਰਾਜ, 8, 9 ਜਾਂ 10। ਇਸ ਦਾ ਉੱਤਰ 10 ਰਾਜ ਹਨ, ਜਿਨ੍ਹਾਂ ਦੀ ਆਬਾਦੀ 5 ਕਰੋੜ ਤੋਂ ਵੱਧ ਹੈ। ਅਗਲਾ ਪ੍ਰਸ਼ਨ ਦੇਖੋ। ਸਾਲ 1901 ਵਿੱਚ ਭਾਰਤ ਦੀ ਆਬਾਦੀ ਕਿੰਨੀ ਸੀ? 23.3 ਕਰੋੜ, 19 ਕਰੋੜ,
23.8 ਕਰੋੜ 10 ਕਰੋੜ। ਹਾਂਜੀ ਬੱਚੋ, ਤੁਸੀਂ ਇਸ ਦਾ ਉੱਤਰ ਦੱਸ ਸਕਦੇ ਹੋ। ਇਸ ਦਾ ਸਹੀ ਉੱਤਰ 23.8 ਕਰੋੜ ਹੈ। ਅਗਲਾ ਪ੍ਰਸ਼ਨ, ਸਾਲ 2001 ਵਿੱਚ ਭਾਰਤ ਦੀ ਆਬਾਦੀ ਕਿੰਨੀ ਸੀ? ਬੱਚੋ 100 ਸਾਲ ਦੇ ਅੰਤਰ ਤੋਂ ਬਾਅਦ ਆਪਾਂ ਆਬਾਦੀ ਦਾ ਅੰਤਰ ਵੇਖਣਾ ਹੈ। ਪਹਿਲੇ ਆਪਾਂ 1901 ਵਿੱਚ ਭਾਰਤ ਦੀ ਆਬਾਦੀ ਦੀ ਗੱਲ ਕੀਤੀ ਸੀ ਜੋ 23.8 ਕਰੋੜ ਸੀ। ਹੁਣ 2011 ਵਿੱਚ ਭਾਰਤ ਦੀ ਆਬਾਦੀ ਕਿੰਨੀ ਹੈ? ਆਪਸ਼ਨਸ ਦੇਖੋ ਆਪਣੀਆਂ, 120 ਕਰੋੜ, 121 ਕਰੋੜ, 127 ਕਰੋੜ, 138 ਕਰੋੜ। ਹਾਂਜੀ ਬੱਚੋ, ਇਸ ਦਾ ਸਹੀ ਉੱਤਰ 121 ਕਰੋੜ 2001 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਦੇਸ਼ ਦੀ ਆਬਾਦੀ ਸੀ। ਦੇਸ਼ ਦੀ ਸਭ ਤੋਂ ਵੱਧ ਜਨਸੰਖਿਆ ਵਾਲੇ ਰਾਜ ਦਾ ਨਾਮ ਡੈਸ਼ ਹੈ। ਤੁਸੀਂ ਬੱਚਿਓ ਰਾਜ ਦਾ ਨਾਮ ਦੱਸਣਾ ਹੈ। ਆਪਸ਼ਨਸ ਵਿੱਚ ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਬਿਹਾਰ। ਇਹਨਾਂ ਵਿੱਚੋਂ ਸਹੀ ਉੱਤਰ ਹੈ ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੀ ਆਬਾਦੀ ਦੇਸ਼ ਵਿੱਚ ਸਭ ਤੋਂ ਵੱਧ ਹੈ। ਦੇਸ਼ ਦੀ ਸਭ ਤੋਂ ਘੱਟ ਜਨਸੰਖਿਆ ਵਾਲੇ ਰਾਜ ਦਾ ਨਾਮ ਕੀ ਹੈ? ਗੋਆ, ਸਿੱਕਿਮ, ਅਰੁਣਾਚਲ ਪ੍ਰਦੇਸ਼, ਪੰਜਾਬ। ਹਾਂਜੀ ਬੱਚੋ, ਸਹੀ ਉੱਤਰ ਸਿੱਕਿਮ ਹੈ। ਤੁਸੀਂ ਇਹਨਾਂ ਪ੍ਰਸ਼ਨਾਂ ਦੀ ਦੁਹਰਾਈ ਵੀ ਕਰ ਸਕਦੇ ਹੋ ਅਤੇ ਇਹਨਾਂ ਨੂੰ ਨਾਲ-ਨਾਲ ਆਪਣੀ ਕਾਪੀਆਂ ਦੇ ਵਿੱਚ ਵੀ ਲਿਖ ਸਕਦੇ ਹੋ। ਧੰਨਵਾਦ ਬੱਚੋ।